ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਵੱਡੀ ਗੱਲ ਇਹ ਹੈ ਕਿ ਕਿਸਾਨੀ ਸੰਘਰਸ਼ ਪੂਰੀ ਤਰ੍ਹਾਂ ਭਖਿਆ ਹੋਇਆ ਹੈ, ਪਰ ਇਸ ਦੇ ਵਿਚਾਲੇ ਰਾਜਪਾਲ ਅਤੇ ਕੇਂਦਰ ਦੇ ਉੱਤੇ ਸਵਾਲ ਉੱਠਦੇ ਨੇ ਕਿ ਰਾਜਪਾਲ ਤੱਕ ਬਿੱਲ ਪਹੁੰਚੇ, ਰਾਸ਼ਟਰਪਤੀ ਸਾਹਿਬ ਤੱਕ ਕਿਉਂ ਨਹੀਂ ਪਹੁੰਚੇ, ਉੱਥੋਂ ਸਮਾਂ ਨਹੀਂ ਮਿਲਿਆ, ਪ੍ਰਧਾਨ ਮੰਤਰੀ ਸਾਹਿਬ ਤੱਕ ਕੋਈ ਗੱਲਬਾਤ ਨਹੀਂ ਹੋ ਰਹੀ। ਪੰਜਾਬ ਨੂੰ ਜਾਂ ਇੱਦਾਂ ਕਹਿ ਲਓ ਕਿ ਸਬਕ ਸਿਖਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਜਦੋਂ ਕੋਈ ਮੰਤਰੀ ਜਾਂ ਸੰਸਦ ਮੈਂਬਰ ਜਾ ਕੇ ਉੱਥੇ ਮਿਲਣ ਜਾਂਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ, ਸਿੱਧੇ ਮੂੰਹ ਜਿਹੜਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ। ਬੜਾ ਹੀ ਮਤਲਬ ਕਿ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਦਾ ਜਾ ਰਿਹਾ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ ਕਿ ਪੰਜਾਬ ਦੇ ਵਿੱਚ ਰਾਜਪਾਲ ਦੀ ਲੋੜ ਕੀ ਹੈ, ਰਾਜਪਾਲ ਦਾ ਕੰਮ ਕੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਖੁਦਮੁਖਤਿਆਰੀ ਦੇ ਵੀ ਸਵਾਲ ਕਿਤੇ ਨਾ ਕਿਤੇ ਉੱਭਰਦੇ ਨੇ, ਲਗਾਤਾਰ ਸਾਹਮਣੇ ਆ ਰਹੇ ਨੇ। ਇਸ ਤਮਾਮ ਮਸਲੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਮੌਜੂਦ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਰਾਜਪਾਲ ਸਾਹਿਬ ਦੇ ਉੱਤੇ ਬੜੇ ਸਵਾਲ ਉੱਠ ਰਹੇ ਨੇ। ਬਿੱਲ ਜਿਹੜੇ ਵਿਧਾਨ ਸਭਾ 'ਚ ਪਾਸ ਕੀਤੇ ਗਏ ਰਾਜਪਾਲ ਸਾਹਿਬ ਨੂੰ ਦੇ ਦਿੱਤੇ ਗਏ। ਹੁਣ ਸਵਾਲ ਉੱਠਦਾ ਹੈ ਕਿ ਰਾਜਪਾਲ ਸਾਹਿਬ ਇਹਨੂੰ ਅੱਗੇ ਕਿਉਂ ਨਹੀਂ ਕਰ ਰਹੇ। ਫਿਰ ਉੱਥੇ ਉੱਠਦਾ ਹੈ ਕਿ ਰਾਜਪਾਲ ਦੀ ਲੋੜ ਹੀ ਕੀ ਹੈ ਜੇ ਪੰਜਾਬ ਜਾਂ ਪੰਜਾਬੀਆਂ ਦੇ ਮੁੱਦਿਆਂ ਨੂੰ ਲੈ ਕੇ ਕੋਈ ਗੱਲ ਕਰਨੀ ਨਹੀਂ। ਤੁਸੀਂ ਕੀ ਮੰਨਦੇ ਹੋ? ਦੇਖੋ, ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਰਾਜਪਾਲ ਦਾ ਜੋ ਵਤੀਰਾ ਹੈਗਾ, ਜੋ ਵਿਵਹਾਰ ਹੈਗਾ ਹੈ ਇਹਨਾਂ ਮੌਜੂਦਾ ਸੰਕਟ ਵਿੱਚ, ਉਹ ਬਿਲਕੁਲ ਇੱਕ ਕੇਂਦਰ ਦੇ ਏਜੰਟ ਵਰਗਾ ਅਤੇ ਕੇਂਦਰੀ ਸਰਕਾਰ ਦੀ ਮਤਲਬ ਹਮਾਇਤ ਕਰਨ ਵਾਲਾ, ਅਤੇ ਪੰਜਾਬ ਦੀ ਜੋ ਵਿਧਾਨ ਪਾਲਿਕਾ ਹੈਗੀ ਹੈ, ਪੰਜਾਬ ਦੀ ਜੋ ਵਿਧਾਨ ਸਭਾ ਹੈਗੀ ਜਾਂ ਪੰਜਾਬ ਦੇ ਲੋਕਾਂ ਦੀ ਜੋ ਇੱਛਾਵਾਂ ਹੈਗੀਆਂ ਉਹਨਾਂ ਨੂੰ ਮਤਲਬ ਉਹਦੀ ਬੇਇੱਜ਼ਤੀ ਕਰਨ ਵਾਲਾ ਹੈਗਾ ਹੈ। ਔਰ ਜਿਸ ਤਰ੍ਹਾਂ ਉਹ ਬਿੱਲਾਂ ਦੇ ਛੱਪਾ ਮਰੀ ਬੈਠੇ, ਦੱਬੀ ਬੈਠੇ ਨੇ, ਅਤੇ ਔਰ ਜਿਸ ਤਰ੍ਹਾਂ ਮਤਲਬ ਉਹਨਾਂ ਦਾ ਵਤੀਰਾ ਹੈਗਾ ਕਿ ਬਈ ਇਹਨਾਂ ਨੂੰ ਅੱਗੇ ਫਾਰਵਰਡ ਕਹਿੰਦੇ ਹੁਣ ਤੱਕ ਨਹੀਂ ਕੀਤਾ ਹੈਗਾ ਹੈ, ਤਾਂ ਇਹ ਬਿਲਕੁਲ ਨਾ ਸਿਰਫ ਸੰਘੀ ਭਾਵਨਾ ਦੀ ਮਤਲਬ ਤੋਹੀਨ ਹੈਗੀ ਹੈ, ਬੇਇੱਜ਼ਤੀ ਹੈਗੀ ਹੈ, ਬਲਕਿ ਸਮੁੱਚੇ ਪੰਜਾਬ ਵਾਸਤੇ ਇੱਕ ਚੁਣੌਤੀ ਹੈ। ਸਮੁੱਚੇ ਪੰਜਾਬ ਦੀ ਜੋ ਅਸਮਿਤਾ ਹੈਗੀ ਹੈ, ਇੱਜ਼ਤ ਹੈਗੀ ਹੈ, ਉਹਦੇ 'ਤੇ ਉਹਨਾਂ ਨੇ ਮਤਲਬ ਇੱਕ ਕਿਸਮ ਦਾ ਇਹ ਉਹਨਾਂ ਦਾ ਉਹ ਬੇਇੱਜ਼ਤ ਕਰਨ ਵਾਲੀ ਗੱਲ ਹੈ ਪੰਜਾਬ ਨੂੰ, ਔਰ ਵਿਧਾਨ ਪਾਲਿਕਾ ਨੂੰ ਬੇਇੱਜ਼ਤ ਕਰਨ ਵਾਲਾ, ਉਹਦੇ ਨਾਲ ਜੁੜ ਕੇ ਪੰਜਾਬ ਦੀਆਂ ਲੋਕਾਂ ਨੂੰ ਜਿਨ੍ਹਾਂ ਦੇ ਨੁਮਾਇੰਦੇ ਉਹਨਾਂ ਦੀ ਸਾਰਿਆਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੈ। ਔਰ ਜਿਹੜੇ ਸੈਂਟਰ ਨੇ, ਜਿਹੜੇ ਜਿੰਨੇ ਵੀ ਇਹ ਰਾਜਪਾਲਾਂ ਦੇ ਅਹੁਦੇ ਹੈਗੇ ਹੈ, ਇਹ ਜਿਹੜੇ ਪੋਲੀਟੀਕਲੀ ਰਿਜੈਕਟਡ ਬੰਦੇ ਹੁੰਦੇ ਹੈ ਜਾਂ ਬਿਊਰੋਕਰੈਟ ਹੁੰਦੇ ਜਿਨ੍ਹਾਂ ਨੇ ਸਰਕਾਰ ਦੇ ਹਿੱਤ ਪਾਲੇ ਹੁੰਦੇ ਹੈਗੇ ਹੈ, ਜਾਂ ਫਿਰ ਹੋਰ ਮਤਲਬ ਇਹਨਾਂ ਦਾ ਕੋੜਮਾ ਹੁੰਦਾ ਹੈਗਾ, ਉਹਨਾਂ ਨੂੰ ਨਵਾਜਣ ਦਾ, ਅਹੁਦਿਆਂ ਨੂੰ ਨਵਾਜਣ ਦਾ, ਐਸ਼ੋ ਆਰਾਮ ਦਾ ਇੱਕ ਮਤਲਬ ਅੱਡਾ ਬਣਾਉਣ ਦਾ, ਜਾਂ ਉਹਨਾਂ ਨੂੰ ਅੱਡਾ ਮੁਹੱਈਆ ਕਰਨ ਦਾ ਇੱਕ ਇਹ ਸੰਦ ਬਣਿਆ ਪਿਆ ਰਾਜਪਾਲ ਦਾ ਅਹੁਦਾ ਹੈਗਾ, ਜਿਹਦੀ ਕਿ ਕਿਤੇਈ ਲੋੜ ਨਹੀਂ ਹੈਗੀ ਹੈ। ਵਿਧਾਨ ਪਾਲਿਕਾ ਨੂੰ ਜੋ ਹੱਕ ਹੈਗਾ ਉਹ ਸਿੱਧੀ ਉਹਦੇ ਨਾਲ ਸੈਂਟਰ ਨਾਲ ਗੱਲਬਾਤ ਕਰੇ, ਔਰ ਜੋ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਹੈਗੀਆਂ, ਜੋ ਪੰਜਾਬੀ ਕੌਮ ਦੀਆਂ ਇੱਛਾਵਾਂ ਹੈਗੀਆਂ, ਜੋ ਪੰਜਾਬ ਦੇ ਕਿਸਾਨਾਂ ਦੀ ਇੱਛਾਵਾਂ ਹੈਗੀਆਂ, ਉਹਦੀ ਜਿਹੜੀ ਸਿੱਧੀ ਜਿਹੜੀ ਮਤਲਬ ਗੱਲਬਾਤ ਹੈਗੀ ਉਹ ਸੈਂਟਰ ਕਰੇ ਹੈਗਾ। ਜਿਹੜਾ ਰਾਜਪਾਲ ਨੂੰ ਵਿੱਚ ਬਿਠਾਇਆ ਹੋਇਆ ਸੈਂਟਰ ਏਜੰਟ ਦੇ ਤੌਰ 'ਤੇ ਜੋ ਕੰਮ ਕਰਦੇ ਨੇ, ਔਰ ਜਿਸ ਤਰ੍ਹਾਂ ਇਕੱਲੇ ਇੱਥੇ ਨਹੀਂ, ਅਲੱਗ-ਅਲੱਗ, ਚਾਹੇ ਮੱਧ ਪ੍ਰਦੇਸ਼ ਹੋਵੇ, ਚਾਹੇ ਉਹ ਪਿੱਛੇ ਤੁਸੀਂ ਸੁਣਿਆ ਹੋਣਾ ਕਰਨਾਟਕਾ ਹੋਵੇ, ਚਾਹੇ ਉਹ ਵੈਸਟ ਬੰਗਾਲ ਦੇ ਰਾਜਪਾਲ ਹੋਣ, ਸਾਰੇ ਰਾਜਪਾਲਾਂ ਦਾ ਵਤੀਰਾ ਇਹ ਇਕੱਲਾ ਬੀਜੇਪੀ ਦੇ ਸਮੇਂ 'ਚ ਨਹੀਂ, ਹੁਣ ਵੱਧ ਨੰਗੇ ਚਿੱਟੇ ਰੂਪ 'ਚ ਹੈ, ਪਰ ਕਾਂਗਰਸ ਵੇਲੇ ਵੀ ਰਾਜਪਾਲ ਹਮੇਸ਼ਾ ਸੈਂਟਰ ਦਾ ਹੱਥ ਠੋਕਾ ਰਹੇ ਹੈ, ਸੈਂਟਰ ਦੇ ਏਜੰਟ ਦੇ ਤੌਰ 'ਤੇ ਕੰਮ ਕੀਤਾ ਹੈਗਾ। ਔਰ ਇਹਨਾਂ ਨੇ ਸਾਰੀਆਂ ਜੋ ਸੰਵਿਧਾਨਕ ਜੋ ਮਾੜੇ ਮੋਟੇ ਫਰਜ਼ ਬਣਦੇ ਸੀ ਉਹਨਾਂ ਦੀ ਪੂਰਤੀ ਵੀ ਨਹੀਂ ਕੀਤੀ ਇਹਨਾਂ ਨੇ। ਔਰ ਜਿਸ ਤਰ੍ਹਾਂ ਪੰਜਾਬ ਦੇ ਬਿੱਲਾਂ ਨੂੰ ਇਹਨਾਂ ਨੇ ਮਤਲਬ ਜੇ ਡੀਲ ਕਰ ਰਹੇ ਪੰਜਾਬ ਦੇ ਲੋਕਾਂ ਦੀ ਇੱਛਾਵਾਂ ਨੂੰ, ਜਾਂ ਵਿਧਾ ਚੰਗੀਆਂ ਮਾੜੀਆਂ ਉਹ ਗੱਲ ਅਲੱਗ ਹੈਗੀ, ਕੁਝ ਨੁਕਸਾਰ ਹੈ ਉਹ ਗੱਲ ਅਲੱਗ ਹੈਗੀ ਹੈ। ਫਿਰ ਵੀ ਜੇ ਪੰਜਾਬ ਦੇ ਵਿਧਾਨ ਸਭਾ ਨੇ ਮਤੇ ਪਾਸ ਕੀਤੇ ਹੈਗੇ ਜਾਂ ਬਿੱਲ ਪਾਸ ਕੀਤੇ ਹੈਗੇ ਆ, ਉਹਦਾ ਸਨਮਾਨ ਕਰਨਾ, ਪੰਜਾਬ ਦੇ ਲੋਕਾਂ ਦਾ ਸਨਮਾਨ ਕਰਨਾ ਇਹ ਰਾਜਪਾਲ ਦਾ ਹੱਕ ਫਰਜ਼ ਬਣਦਾ ਸੀਗਾ। ਉਹ ਪੰਜਾਬ ਦੀ ਧਰਤੀ 'ਤੇ ਪੰਜਾਬ ਦੇ ਬਣਾਏ ਹੋਏ ਉਸ ਮਕਾਨ 'ਚ ਰਹਿ ਰਹੇ, ਉਸ ਕੋਠੀ 'ਚ ਰਹਿ ਰਹੇ ਹੈਗੇ, ਜਿਹੜਾ ਕਿ ਪੰਜਾਬ ਦੇ ਖੂਨ ਪਸੀਨੇ ਨਾਲ ਕਮਾਈ ਨਾਲ ਬਣਿਆ ਹੋਇਆ ਹੈਗਾ, ਔਰ ਜਿਹਦਾ ਕੰਮ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ। ਜੇ ਪੰਜਾਬ ਦੀ ਵਿਧਾਨ ਸਭਾ ਕਹਿੰਦੀ ਕਿ ਪੰਜਾਬ ਦੇ ਹਿੱਤ ਇਸ ਗੱਲ 'ਚ ਹੈਗੇ ਆ, ਤਾਂ ਰਾਜਪਾਲ ਦਾ ਕੋਈ ਕੰਮ ਨਹੀਂ ਹੈ ਕਿ ਉਹਨਾਂ ਅੜਿੱਕਾ ਬਣੇ ਕੋਈ, ਜਾਂ ਉਹਦੇ ਵਿੱਚ ਕੋਈ ਉਹ ਮਤਲਬ ਕੋਈ ਰੁਕਾਵਟ ਬਣੇ। ਡਾਕਟਰ ਸਾਹਿਬ, ਕਿੱਥੇ ਇਹ ਦੱਸੋ ਕਿ ਰਾਸ਼ਟਰਪਤੀ ਸਾਹਿਬ ਨੇ ਸਮਾਂ ਨਹੀਂ ਦਿੱਤਾ ਮਿਲਣ ਦਾ, ਬਾਕੀ ਪਾਰਟੀਆਂ ਇਹ ਗੱਲ ਕਹਿੰਦੀਆਂ ਕਿ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਕਰੋ। ਇਹ ਕਿੱਥੇ ਤੱਕ ਜਾਇਜ਼ ਹੈ ਕਿ ਰਾਸ਼ਟਰਪਤੀ ਸਾਹਿਬ ਨੂੰ ਮਿਲਣਾ ਕੋਈ ਮਤਲਬ ਕਿ ਸਾਰਥਕ ਨਤੀਜਾ ਨਹੀਂ ਸੀ ਨਿਕਲਦਾ, ਜਾਂ ਪ੍ਰਧਾਨ ਮੰਤਰੀ ਸਾਹਿਬ ਤੱਕ ਹੀ ਪਹੁੰਚ ਕਰਕੇ ਇਹਨਾਂ ਬਿੱਲਾਂ ਨੂੰ ਰੱਦ ਕਰਾਇਆ ਜਾ ਸਕਦਾ? ਨਹੀਂ, ਇਹ ਬਿਲਕੁਲ ਗਲਤ ਗੱਲ ਹੈ ਜੀ। ਜਿਸ ਤਰ੍ਹਾਂ ਮਤਲਬ ਵਿਧਾਨ ਸਭਾ ਵਿੱਚ ਇੱਕ ਮੁੱਠਤਾ ਦਿਖਾਈ ਗਈ ਸੀਗੀ, ਜੋ ਇੱਕ ਦੇਸ਼ ਵਿੱਚ ਦੁਨੀਆ ਵਿੱਚ ਇੱਕ ਨਕਸ਼ਾ ਜਾਂਦਾ ਹੈ ਕਿ ਸਮੁੱਚਾ ਪੰਜਾਬ ਇਸ ਵਾਸਤੇ ਇਕੱਠਾ ਹੈਗਾ। ਇਹ ਤਿੰਨਾਂ ਪਾਰਟੀਆਂ ਨੇ, ਜੋ ਮੁੱਖ ਪਾਰਟੀਆਂ ਇਹਨਾਂ ਰਲ ਕੇ ਜੋ ਵਿਧਾਨ 115 MLAs ਗਏ ਸੀਗੇ, 2 ਭਾਜਪਾ ਨੂੰ ਛੱਡ ਕੇ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਵਫਾ ਪਾਲਣ ਤੋਂ ਇਨਕਾਰ ਕੀਤਾ, ਔਰ ਕੇਂਦਰ ਦੇ ਏਜੰਟਾਂ ਦੇ ਗੋਲਿਆਂ ਦੇ ਤੌਰ 'ਤੇ ਕੰਮ ਕਰ ਰਹੀ ਹੈ ਭਾਜਪਾ ਇੱਥੇ ਹਿੰਦੂਤਵਾਦ ਦੇ ਏਜੰਡੇ ਨੂੰ ਲੈ ਕੇ। ਹਾਲਾਂਕਿ ਉਹਨੇ ਪੰਜਾਬ 'ਚ ਭੁੱਲ ਜਾਣ, ਉਹਨੇ ਦਿਮਾਗ 'ਚੋਂ ਕੱਢ ਦੇਣ ਕਿ ਉਹਨੇ ਪੰਜਾਬ 'ਚ ਕੋਈ ਜੜ੍ਹਾਂ ਲੱਗ ਜਾਣਗੀਆਂ, ਕਿਉਂਕਿ ਪੰਜਾਬ ਦਾ ਜਿਹੜਾ ਉਹਦਾ ਆਧਾਰ ਸੀਗਾ ਵਪਾਰੀ ਵਰਗ 'ਚ, ਉਹ ਜਿਸ ਤਰ੍ਹਾਂ GST ਤੋਂ ਬਾਅਦ, ਜਿਸ ਤਰ੍ਹਾਂ ਨੋਟਬੰਦੀ ਤੋਂ ਬਾਅਦ, ਜਿਸ ਤਰ੍ਹਾਂ ਉਹ ਤਬਾਹ ਹੋਇਆ ਹੈਗਾ, BJP ਵਾਸਤੇ ਕੋਈ ਥਾਂ ਨਹੀਂ ਪੰਜਾਬ ਵਿੱਚ।
ਉਹਨਾਂ ਨੂੰ ਭੁਲੇਖਾ ਹੈਗਾ ਜਿਹੜੇ ਉਹਦੇ ਬੁਲਾਰੇ ਨੇ ਪੰਜਾਬ ਵਿੱਚ ਛੱਡੇ ਹੋਏ ਨੇ। ਕੋਈ ਸਿੱਖ ਬੁਲਾਰੇ ਨੇ, ਕੋਈ ਮੇਨਲੀ ਹਿੰਦੂ ਭਰਾ ਬੁਲਾਰੇ ਨੇ, ਕੋਈ ਸਿੱਖ ਭਰਾ ਬੁਲਾਰੇ ਨੇ। ਸੋ ਇਸ ਕਰਕੇ ਜੋ ਮਤਲਬ ਜੋ ਪੰਜਾਬ ਦੀ ਜੋ ਗੱਲਬਾਤ ਹੈਗੀ ਹੈ, ਜਿਹੜੀ ਸੰਵਿਧਾਨਕ ਪ੍ਰਕਿਰਿਆ ਹੈਗੀ ਹੈ, ਵਿਧਾਨ ਸਭਾ ਦੇ ਮਤੇ ਰਾਜਪਾਲ ਕੋਲ ਜਾਣੇ, ਫਿਰ ਰਾਸ਼ਟਰਪਤੀ ਕੋਲ ਜਾਣੇ, ਉਹਦੇ 'ਚ ਪ੍ਰਾਈਮ ਮਿਨਿਸਟਰ ਦਾ ਕੰਮੇ ਕੋਈ ਨਹੀਂ ਹੈਗਾ। ਇਹ ਵਿਧਾਨਕ ਕਾਰਵਾਈ ਸੀਗੀ, ਇਹ ਵਿਧਾਨਕ ਤਰੀਕਿਆਂ ਨਾਲ ਹੀ ਅੱਗੇ ਤੁਰਨੀ ਸੀਗੀ। ਅਤੇ ਉਹਦੇ 'ਚ ਇਹ ਜਿੱਦ ਫੜ ਲੈਣੀ ਕਿ ਜੀ ਪ੍ਰਧਾਨ ਮੰਤਰੀ ਕਿਉਂ ਨਹੀਂ ਮਿਲ ਰਹੇ ਹੈਗੇ ਹੈ, ਇਹ ਬਿਲਕੁਲ ਗਲਤ ਹੈਗੀ ਹੈ, ਮੌਕਾ ਪ੍ਰਸਤੀ ਹੈਗੀ। ਔਰ ਪੰਜਾਬ ਦੇ ਹਿੱਤਾਂ, ਲੋਕਾਂ ਦੇ ਹਿੱਤਾਂ ਨਾਲੋਂ ਇਹ ਧੋਖਾ ਦੇਣ ਵਾਲੀ ਗੱਲ ਹੈਗੀ ਹੈ ਸਾਰਿਆਂ ਨੂੰ। ਮੈਂ ਤਾਂ ਹੁਣ ਮੌਜੂਦਾ MP ਹੈ ਨਹੀਂ ਚਾਹੇ ਮੇਰੀ ਪਾਰਟੀ ਕੋਈ ਵੀ ਹੁੰਦੀ, ਮੈਂ ਕੱਲ੍ਹ MLA ਨਾਲ ਦਿੱਲੀ ਬੈਠਾ ਹੁੰਦਾ। ਹੁਣ ਖਹਿਰਾ ਸਾਹਿਬ ਗਏ ਨੇ ਉੱਥੇ, ਉਹ MLA ਨੇ, ਉਹਨਾਂ ਐਂਟਾਈਟਲਡ ਨੇ। ਮੈਨੂੰ ਅਦਰਵਾਈਜ਼ ਮੈਨੂੰ ਜੇ ਇਜਾਜ਼ਤ ਦੇਵੇ ਕੋਈ ਤਾਂ ਮੈਂ ਕਿਸੇ ਨਾਲ ਵੀ ਪੰਜਾਬ ਦੇ ਹੱਕਾਂ ਵਾਸਤੇ, ਕਿਸਾਨੀ ਹੱਕਾਂ ਵਾਸਤੇ, ਪੰਜਾਬ ਦੀ ਖੁਦ ਮੁਖਤਿਆਰੀ ਵਾਸਤੇ, ਰਾਜਾਂ ਦੇ ਅਧਿਕਾਰਾਂ ਵਾਸਤੇ ਕਿਸੇ ਨਾਲ ਵੀ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਨੂੰ ਤਿਆਰ ਹੈਗਾ ਮੈਂ। ਡਾਕਟਰ ਸਾਹਿਬ ਇੱਕ ਇਹ ਗੱਲ ਦੱਸੋ ਕਿ ਜਦੋਂ ਖੁਦ ਮੁਖਤਿਆਰੀ ਦੀ ਗੱਲ ਉੱਠਦੀ ਹੈ ਤਾਂ ਇੱਥੇ ਪੰਜਾਬ ਦੇ ਵਿੱਚੋਂ ਅਕਾਲੀ ਦਲ ਲਾ ਲਓ ਜਾਂ ਆਮ ਆਦਮੀ ਪਾਰਟੀ ਲਾ ਲਓ, ਉਹ ਆਪਣਾ ਵੱਖਰਾ ਤੌਰ 'ਤੇ ਇੱਕ ਪ੍ਰੋਟੈਸਟ ਸਾਹਮਣੇ ਲੈ ਕੇ ਆਉਂਦੇ ਨੇ, ਜਿਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਸ਼ੰਕਾ ਖੜਾ ਹੁੰਦਾ। ਲੋਕ ਵੀ ਜਿਹੜਾ ਉਹ ਕਿਤੇ ਨਾ ਕਿਤੇ ਗੁੱਸੇ ਵਿੱਚ ਆਉਂਦੇ ਨੇ ਕਿ ਤੁਹਾਨੂੰ ਜਿਹੜਾ ਉੱਥੇ ਹੋਣਾ ਚਾਹੀਦਾ ਸੀ ਜਿੱਥੇ ਗੱਲ ਨੈਸ਼ਨਲ ਪੱਧਰ ਦੇ ਉੱਤੇ ਜਾਂ ਇੰਟਰਨੈਸ਼ਨਲ ਪੱਧਰ ਉੱਤੇ ਪਹੁੰਚਦੀ ਹੈ, ਉੱਥੇ ਕਿਉਂ ਨਹੀਂ ਪਹੁੰਚੇ? ਇੱਥੇ ਕੀ ਨੀਤੀ ਹੈ ਇਹਨਾਂ ਦੀ? ਦੇਖੋ, ਨੀਤੀ ਤਾਂ ਹੈ ਕਿ ਜਿਹੜੀ ਤਾਂ ਹੈਗੀ ਹੈ ਆਮ ਆਦਮੀ ਪਾਰਟੀ, ਉਹ ਤਾਂ ਕੇਂਦਰੀਵਾਦੀ ਪਾਰਟੀ ਹੈਗੀ ਹੈ, ਜਿਹੜਾ ਸਿੱਧਾ ਰਾਸ਼ਟਰਵਾਦ ਦੀ ਗੱਲ ਕਰਦੀ ਹੈ ਔਰ ਇਕਾਤਮਕ ਭਾਰਤ ਦੇ ਏਜੰਡੇ ਨੂੰ ਕੇਜਰੀਵਾਲ ਅੱਗੇ ਲਿਜਾ ਰਿਹਾ ਹੈਗਾ। ਜਦੋਂ 15 ਦੀਆਂ ਚੋਣਾਂ ਜਿੱਤੀਆਂ, ਜੋ ਪਹਿਲਾ ਸਲੋਗਨ ਦਿੱਤਾ ਕਿ ਰਾਸ਼ਟਰ ਨਿਰਮਾਣ ਵਾਸਤੇ ਇਸ ਨੰਬਰ 'ਤੇ ਕਾਲ ਕਰੋ, ਮਿਸਡ ਕਾਲ ਕਰੋ। ਕਿਹੜਾ ਰਾਸ਼ਟਰ ਨਿਰਮਾਣ? ਮੈਂ ਕਹਿੰਦਾ ਕਿ ਅਸੀਂ ਪੰਜਾਬ ਨਿਰਮਾਣ ਕਰਨਾ ਹੈਗਾ। ਉਹਦੇ ਨਾਲ ਆਪਣੇ ਆਪ ਰਾਸ਼ਟਰ ਨਿਰਮਾਣ ਹੁੰਦਾ ਰਹੂਗਾ। ਜੇ ਤੁਸੀਂ ਪੰਜਾਬ ਨੂੰ ਤਬਾਹ ਕਰਨਾ ਹੈਗਾ, ਖੇਤੀਬਾੜੀ ਨੂੰ ਤਬਾਹ ਕਰਨਾ, ਪੰਜਾਬ ਦੀ ਜੋ ਆਤਮਾ ਹੈਗੀ ਹੈ, ਤਾਂ ਤੁਸੀਂ ਕਿਹੜਾ ਰਾਸ਼ਟਰ ਨਿਰਮਾਣ ਕਰੋਗੇ ਹੈਗਾ? ਕਿਹੜੇ ਰਾਸ਼ਟਰ ਦੀ ਗੱਲ ਕਰਦੇ ਨੇ? ਮੇਰੀ ਕੌਮ ਪੰਜਾਬੀ ਹੈ, ਮੇਰਾ ਰਾਜ ਪੰਜਾਬ ਹੈਗਾ, ਇਹਦੇ ਹਿੱਤ ਦੇਖਣ ਮੇਰਾ ਪਹਿਲਾ ਕਾਰਜ ਹੈਗਾ, ਫਿਰ ਉਸ ਤੋਂ ਬਾਅਦ ਮੈਂ ਹਿੰਦੁਸਤਾਨੀ ਹੈਗਾ ਹੈ। ਅਸੀਂ ਬੁਨਿਆਦੀ ਪਹਿਲਾਂ ਪੰਜਾਬੀ ਹੈਗੇ ਹਾਂ। ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਤਾਂ ਹੈ ਕੇਂਦਰੀਵਾਦੀ ਪਾਰਟੀ। ਜਿਹੜੀ ਅਕਾਲੀ ਦਲ ਹੈਗਾ, ਇੱਕ ਮਜਬੂਰੀ ਵਸ ਪੰਜਾਬ ਦੇ ਲੋਕਾਂ 'ਚੋਂ ਬਿਲਕੁਲ ਨਿਖੜਨ ਦੇ ਡਰੋਂ, ਸਿਆਸੀ ਤੌਰ 'ਤੇ ਮਿਟ ਜਾਣ ਦੇ, ਖਤਮ ਹੋ ਜਾਣ ਦੇ ਡਰੋਂ, ਅਖੀਰਲੇ ਮੌਕੇ ਜਿਹੜਾ 9 ਮਾਸ ਵਾਲਾ ਰਿਸ਼ਤਾ ਉਹ ਤੋੜ ਕੇ ਇਹਨੂੰ ਮਜਬੂਰੀ ਵਸ ਆਉਣਾ ਪਿਆ। ਜਦ ਕਿ ਪਿਛਲੇ 25 ਸਾਲ ਤੋਂ ਇਹ ਕੇਂਦਰੀਵਾਦੀ ਸਿਆਸਤ ਦਾ, ਭਾਜਪਾ ਦੀ ਸਿਆਸਤ ਦਾ ਉਹਦੇ ਗੋਦੀ 'ਚ ਬੈਠੇ ਰਹੇ, ਉਹ ਸਿਆਸਤ ਕਰਦੇ ਰਹੇ, ਕੇਂਦਰੀਵਾਦੀ ਸਿਆਸਤ। ਸੋ ਇਹਨਾਂ ਵੱਲੋਂ ਵੀ ਜੋ ਸਟੈਂਡ ਲੈਣੇ ਹੈਗੇ ਆ, ਉਸ 'ਚ ਕੋਈ ਚੰਬਾ ਨਹੀਂ ਹੈਗਾ ਕਿ ਚਾਹੇ ਅੱਜ ਇੱਕ ਟੈਕਟਿਕ ਦੇ ਤੌਰ 'ਤੇ, ਇੱਕ ਚਲਾਕੀ ਦੇ ਤੌਰ 'ਤੇ ਅੱਜ ਉਹ ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਦੇ, ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰਦੇ ਆ, ਪੰਜਾਬ ਦੇ ਸਰੋਤਾਂ ਦੀ ਵੀ ਗੱਲ ਕਰਦੇ ਆ। ਪਰ ਅਕਾਲੀ ਦਲ ਵੀ ਮੁੱਖ ਰੂਪ ਵਿੱਚ ਕੇਂਦਰੀਵਾਦੀ ਪਾਰਟੀ ਦੇ ਤੌਰ 'ਤੇ ਹੀ ਵਿਚਰੀ ਹੈਗੀ ਪਿਛਲੇ 25 ਸਾਲਾਂ 'ਚ। ਅਜੇ ਵੀ ਉਹ ਜਿਹੜੀ ਨੀਤੀ ਪਰਿਵਰਤਨ ਹੋਇਆ ਕਿ ਨਹੀਂ ਹੋਇਆ, ਮੈਨੂੰ ਪੂਰਾ ਸ਼ੱਕ ਹੈਗਾ ਹੈ ਕਿ ਅਜੇ ਵੀ ਕੋਈ ਨਾ ਕੋਈ ਲਾਗਾ ਦੇਗੇ ਦਾ ਭਾਜਪਾ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਹੈਗਾ ਔਰ ਆਉਣ ਵਾਲੇ ਸਮੇਂ 'ਚ ਬਣ ਸਕਦਾ ਹੈਗਾ। ਇੱਕ ਜਿਹੜਾ ਰੇਲ ਮੰਤਰੀ ਸਾਹਿਬ ਲਗਾਤਾਰ ਉਹਨਾਂ ਦਾ ਵੀ ਅੜੀਅਲ ਰਵੱਈਆ ਸਾਹਮਣੇ ਆ ਰਿਹਾ, ਸੰਸਦ ਮੈਂਬਰ ਮਿਲਣਗੇ, ਉਹਨਾਂ ਨਾਲ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ, ਕਾਫੀ ਗੁੱਸਾ ਉਹਨਾਂ ਵਿੱਚ ਸਾਹਮਣੇ ਆਇਆ। ਕਾਂਗਰਸ ਦੇ ਸੰਸਦ ਮੈਂਬਰਾਂ 'ਚ ਰਵਨੀਤ ਬਿੱਟੂ ਨੇ ਵੀ ਇਹ ਗੱਲ ਕਹੀ ਕਿ ਬਹੁਤ ਹੀ ਮਤਲਬ ਕਿ ਇਹੋ ਜਿਹੀ ਗੱਲਬਾਤ ਹੋਈ ਕਿ ਜਿਹੜੀ ਬਾਹਰ ਵੀ ਨਹੀਂ ਦੱਸੀ ਜਾ ਸਕਦੀ। ਇਹੋ ਜਿਹਾ ਵਤੀਰਾ ਹੱਦ ਤੱਕ ਪੂਰਨ ਰਿਹਾ ਸਾਡੇ MPs ਪ੍ਰਤੀ, ਪੰਜਾਬ ਦੇ MPs ਪ੍ਰਤੀ। ਪਹਿਲਾਂ ਉਹਨਾਂ ਨੂੰ ਘੰਟਾ ਬਿਠਾਇਆ ਗਿਆ, ਜਿਹੜਾ ਕਿ ਬਿਲਕੁਲ ਹੀ ਗਲਤ ਹੈਗਾ, ਜਦ ਕਿ ਟਾਈਮ ਲੈ ਕੇ ਗਏ ਸੀਗੇ। ਉਸ ਤੋਂ ਬਾਅਦ ਵੀ ਜਿਸ ਟੋਨ, ਜਿਸ ਲਹਿਜ਼ੇ ਨਾਲ ਗੱਲ ਕੀਤੀ ਹੈਗੀ ਆ, ਉਹ ਘਮੰਡ ਵਾਲਾ ਲਹਿਜ਼ਾ ਹੈਗਾ, ਉਹ ਕੇਂਦਰ ਦੇ ਹੰਕਾਰ ਵਾਲਾ ਲਹਿਜ਼ਾ ਹੈਗਾ ਔਰ ਰਾਜਾਂ ਨੂੰ ਉਹ ਮਤਲਬ ਬਿਲਕੁਲ ਹੀ ਮਤਲਬ ਹਾਸ਼ੀਏ ਤੱਕਣ ਵਾਲਾ, ਰਾਜਾਂ ਨੂੰ ਕੋਈ ਇੰਪੋਰਟੈਂਸ ਨਾ ਦੇਣ ਵਾਲਾ ਲਹਿਜ਼ਾ ਹੈਗਾ। ਜੋ ਸਾਨੂੰ ਸ਼ਾਇਦ ਪੀਯੂਸ਼ ਗੋਇਲ ਨੂੰ ਪਤਾ ਨਹੀਂ ਕਿ ਪੰਜਾਬ ਦੇ ਲੋਕ ਕਿਸ ਮਿੱਟੀ ਦੇ ਬਣੇ ਹੋਏ ਆ। ਪੰਜਾਬ ਉਹ ਸੂਬਾ, ਮੈਂ ਹੁਣ ਤੁਹਾਡੇ ਥਰੂ ਸਾਰੇ ਪੰਜਾਬ ਨੂੰ ਕਹਿਣਾ ਚਾਹੁੰਦਾ ਔਰ ਸੈਂਟਰ ਨੂੰ ਕਹਿਣਾ ਚਾਹੁੰਦਾ, ਜਿੱਥੇ ਅੱਜ ਤੋਂ 500-600 ਸਾਲ ਪਹਿਲਾਂ ਬਾਬੇ ਨਾਨਕ ਨੇ ਕਹਿਤਾ ਸੀ ਕਿ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ, ਪਾਪ ਦੀ ਜਾਨ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਉਸ ਵੇਲੇ ਚੁਣੌਤੀ ਕੀਤੀ ਸੀ ਹਾਕਮਾਂ ਨੂੰ। ਤੇ ਅੱਜ ਤਾਂ ਪੰਜਾਬ ਦੇ, ਅੱਜ ਦੇ ਪੰਜਾਬ ਜੇ ਕੋਈ ਚਾਹਣਗੇ ਕਿ ਜਿਵੇਂ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਪੰਜਾਬ ਨੂੰ ਮਤਲਬ ਆਤਮਾ ਬਲੁੰਦਰੀ ਸੀਗੀ ਜਾਂ ਪੰਜਾਬ ਨੂੰ ਚੁਣੌਤੀ ਦਿੱਤੀ ਸੀਗੀ, ਅੱਜ ਉਹ ਮਤਲਬ ਇਸ ਪਾਸੇ ਚੱਲ ਕੇ ਸਮੁੱਚੀ ਪੰਜਾਬੀ ਕੌਮ ਨੂੰ ਜੋ ਚੁਣੌਤੀ ਦੇ ਰਹੇ ਹੈ, ਅੱਜ ਉਹ ਪੰਜਾਬ ਉਹ ਬਿਲਕੁਲ ਉਹ ਨਹੀਂ ਪੁੱਗੂਗੀ। ਔਰ ਮੈਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਵੀ ਪੰਜਾਬ ਬਾਰੇ ਭੁਲੇਖਾ ਖਾ ਰਹੇ ਹੈ, ਭਾਜਪਾ ਭੁਲੇਖਾ ਖਾ ਰਹੀ ਹੈ। ਪੰਜਾਬ ਦੀ ਬਾਗੀਆਨਾ ਰੁਚੀ ਹੈਗੀ, ਹਮੇਸ਼ਾ ਪੰਜਾਬ ਬਾਗੀਆਨਾ ਰੁਚੀ ਵਾਲੇ ਲੋਕ ਹੈਗੇ ਆ। ਪਰ ਉਹ ਤਾਂ ਕਹਿੰਦੇ ਕਿ ਨਕਸਲਵਾਦ ਜਿਹੜਾ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਰਿਹਾ, ਬਕਵਾਸ ਹੈਗਾ ਸਾਰਾ ਕੁਝ। ਪੰਜਾਬ 'ਚ ਜਿੰਨੀ ਪੰਜਾਬ ਦੇ ਪੁਰਾਣੀਆਂ ਲਹਿਰਾਂ ਹੈਗੀਆਂ, ਚਾਹੇ ਸ਼ਹੀਦ ਭਗਤ ਸਰਾਭੇ ਸੀ, ਚਾਹੇ ਗਦਰੀ ਬਾਬੇ ਸੀ, ਚਾਹੇ ਆਪਣੇ ਬਾਬਾ ਨਾਨਕ ਸੀ, ਚਾਹੇ ਗੁਰੂ ਗੋਬਿੰਦ ਸਿੰਘ ਸੀ, ਚਾਹੇ ਗੁਰੂ ਤੇਗ ਬਹਾਦਰ ਸੀ, ਚਾਹੇ ਗੁਰੂ ਅਰਜਨ ਦੇਵ ਸੀਗੇ, ਸਾਰੇ ਬਾਗੀਆਨਾ ਰੁਚੀ ਦੇ ਮਾਲਕ ਸੀਗੇ, ਬਾਗੀਆਨਾ ਸੁਰਾਂ ਵਾਲੇ ਸਾਡੇ ਧਾਰਮਿਕ ਲੀਡਰ ਵੀ ਔਰ ਸਾਡੇ ਸਮਾਜਿਕ ਤੇ ਸਿਆਸੀ ਲੀਡਰ ਵੀ। ਉਸ ਤੋਂ ਬਾਅਦ ਗਦਰੀ ਬਾਬੇ, ਅਕਾਲੀ ਲਹਿਰ, ਬਬਰ ਕੂਕਾ ਲਹਿਰ, ਬਬਰ ਅਕਾਲੀ ਲਹਿਰ, ਭਗਤ ਸਰਾਭਿਆਂ ਦੀ ਲਹਿਰ, ਮਤਲਬ ਪੰਜਾਬ ਦਾ ਇਤਿਹਾਸ ਭਰਿਆ ਪਿਆ ਹੈਗਾ।
ਬਾਗੀਆਨਾ ਸੁਰ ਨਾਲ। ਔਰ ਇਹ ਕੇਂਦਰ ਸਰਕਾਰ ਨੂੰ ਭੁਲੇਖਾ ਹੈਗਾ ਕਿ ਉਹ ਪੰਜਾਬ ਨੂੰ ਦਬਾ ਲੈਣਗੇ। ਪੰਜਾਬ ਨਾ ਕਦੀ ਦਬਿਆ ਹੈਗਾ। ਅੰਗਰੇਜ਼ਾਂ ਦੇ ਸਭ ਤੋਂ ਅਖੀਰ 'ਚ ਪੰਜਾਬ ਕਾਬੂ ਆਇਆ ਸੀਗਾ। ਸਾਰਾ ਇੰਡੀਆ ਲਿਟ ਗਿਆ ਸੀ, ਵਿਛ ਗਿਆ ਸੀ ਅੰਗਰੇਜ਼ਾਂ ਸਾਹਮਣੇ। ਪੰਜਾਬ ਨੇ ਰਾਜ ਕੀਤਾ। ਬਹੁਤ ਘੱਟ ਕੌਮਾਂ ਨੇ ਹਿੰਦੁਸਤਾਨ 'ਚ ਜਿਹਨਾਂ ਆਪਣਾ ਰਾਜ ਸੀਗਾ, ਔਰ ਪੰਜਾਬੀ ਕੌਮ ਅਜਿਹੀ ਕੌਮ ਸੀਗੀ ਜਿਹਦਾ ਆਪਣਾ ਰਾਜ ਰਿਹਾ ਹੈਗਾ। ਔਰ ਸਾਨੂੰ ਰਾਜ ਮਾਨਣ ਦਾ ਇੱਕ ਮਾਣ ਹਾਸਲ ਹੈਗਾ ਹੈ। ਔਰ ਜੇ ਮੋਦੀ ਸਾਹਿਬ ਇਹ ਸਮਝਦੇ ਹੈਗੇ ਕਿ ਪੰਜਾਬ ਨੂੰ ਈਨ ਬਣਾ ਲੈਣਗੇ ਜਾਂ ਪੰਜਾਬ ਨਾਲ ਧੱਕਾ ਕਰ ਜਾਣਗੇ, ਔਰ ਜਾਂ ਪੰਜਾਬ ਨੂੰ ਉਹ ਹਿੰਦੂਤਵ ਦੇ ਝੰਡੇ ਤੋੜਨ ਦੀ ਕੋਸ਼ਿਸ਼ ਕਰਨਗੇ, ਜਾਂ ਪੰਜਾਬੀ ਕੌਮ ਦੀਆਂ ਜੋ ਐਸਪੀਰੇਸ਼ਨਸ ਹੈਗੀਆਂ, ਜੋ ਪੰਜਾਬੀ ਕੌਮ ਦੀ ਵਿਲੱਖਣਤਾ ਹੈਗੀ ਹੈ, ਉਹਨੂੰ ਖਤਮ ਕਰ ਦੇਣਗੇ, ਸਾਡੀ ਭਾਸ਼ਾ ਨੂੰ, ਸਾਡੇ ਸੱਭਿਆਚਾਰ ਨੂੰ, ਤਾਂ ਸੈਂਟਰ ਬਹੁਤ ਭੁਲੇਖੇ ਦਾ ਸ਼ਿਕਾਰ ਹੈ। ਅਸੀਂ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਅਸੀਂ ਇਹਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਔਰ ਪੰਜਾਬ ਕੈਨ ਪ੍ਰੂਵ ਟੂ ਬੀ ਵਾਟਰਲੂ ਫਾਰ ਮੋਦੀ ਸਾਹਿਬ ਜੀ। ਅੱਛਾ, ਇੱਕ ਹੋਰ ਦੱਸੋ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਪੰਜਾਬ ਨਾਲ ਧੱਕਾ ਹੁੰਦਾ ਜਾਂ ਪੰਜਾਬੀਆਂ ਨਾਲ ਹੁੰਦਾ, ਪੰਜਾਬ 'ਚ ਲਹਿਰਾਂ ਉੱਠਦੀਆਂ ਨੇ। ਹੁਣ ਕਿਸਾਨ ਅੰਦੋਲਨ ਇੱਕ ਲਹਿਰ ਬਣ ਕੇ ਸਾਹਮਣੇ ਆਇਆ, ਤਾਂ ਇਹਦੇ ਵਿੱਚ ਇੱਕ ਆਵਾਜ਼ ਉੱਠਦੀ ਹੈ ਕਿ ਖੁਦ ਮੁਖਤਿਆਰੀ ਚਾਹੀਦੀ ਸਾਨੂੰ, ਚਾਰੇ ਪਾਸੇ ਖੁਦ ਮੁਖਤਿਆਰੀ। ਉਹ ਖੁਦ ਮੁਖਤਿਆਰੀ ਦਾ ਰੋਡ ਮੈਪ ਕਿੱਦਾਂ ਦਾ ਹੋਏਗਾ, ਕਿੱਦਾਂ ਦੀ ਖੁਦ ਮੁਖਤਿਆਰੀ ਲਿਆਉਣੀ ਹੈ? ਮੈਂ ਸਭ ਤੋਂ ਪਹਿਲਾਂ ਅਸੀਂ 2 ਸਾਲ ਪਹਿਲਾਂ ਕਾਨਫਰੰਸ ਕੀਤੀ ਸੀ, 1 ਨਵੰਬਰ ਨੂੰ 2018 ਨੂੰ ਜੀ। ਸੀਗਾ ਨਾਂ ਸੀਗਾ ਕਿ ਫੈਡਰਲਵਾਦ ਤੇ ਖੁਦ ਮੁਖਤਿਆਰੀ ਕਨਵੈਨਸ਼ਨ। ਜਿਹੜਾ ਭਾਰਤ ਹੈਗਾ, ਇਹਨੂੰ ਦੇਸ਼ ਸੰਵਿਧਾਨ ਵੀ ਨਹੀਂ ਕਹਿੰਦਾ ਕਿ ਇੱਕ ਦੇਸ਼ ਹੈ, ਇਹਨੂੰ ਕਹਿੰਦੇ ਰਾਜਾਂ ਦਾ ਸੰਘ ਹੈਗਾ। ਇੱਥੇ ਬਹੁਤ ਵਿਲੱਖਣਤਾਵਾਂ ਹੈਗੀਆਂ, ਅਲੱਗ-ਅਲੱਗ ਐਂਟੀਟੀਜ਼ ਹੈਗੀਆਂ, ਧਾਰਮਿਕ ਵਿਲੱਖਣਤਾਵਾਂ, ਕੌਮੀ ਵਿਲੱਖਣਤਾਵਾਂ, ਭਾਸ਼ਾਈ ਵਿਲੱਖਣਤਾਵਾਂ, ਇਲਾਕਾਈ ਵਿਲੱਖਣਤਾਵਾਂ, ਸੱਭਿਆਚਾਰਕ ਵਿਲੱਖਣਤਾਵਾਂ, ਨਸਲੀ ਵਿਲੱਖਣਤਾਵਾਂ, ਨਾਰਥ ਈਸਟ ਤੋਂ ਲੈ ਕੇ ਕਸ਼ਮੀਰ ਤੱਕ ਇਹ ਵਿਲੱਖਣਤਾਵਾਂ ਦਾ ਮੁਲਕ ਹੈ, ਭਰਿਆ ਪਿਆ ਵਿਲੱਖਣ। ਕੋਈ ਇਕਾਤਮਕ ਭਾਰਤ ਨਹੀਂ ਬਣ ਸਕਦਾ ਹੈ, ਕੋਈ ਇਹਨੂੰ ਇੱਕ ਰੰਗ 'ਚ ਨਹੀਂ ਰੰਗ ਸਕਦਾ। ਇੱਥੇ ਅਲੱਗ-ਅਲੱਗ ਰੰਗਾਂ ਦਾ ਮੁਲਕ ਹੈਗਾ। ਇਹਦੇ ਹਰ ਇੱਕ ਰੰਗ ਨੂੰ, ਹਰ ਵਿਲੱਖਣਤਾ ਨੂੰ ਖਿੜਨ ਵਾਸਤੇ, ਪੱਲਣ ਪੱਸਣ ਵਾਸਤੇ ਖੁੱਲ੍ਹਾ ਅਸਮਾਨ ਚਾਹੀਦਾ, ਬਰਾਬਰ ਦਾ। ਪੰਜਾਬ ਖੁੱਲ੍ਹਾ ਅਸਮਾਨ ਮੰਗਦਾ ਹੈਗਾ, ਕਸ਼ਮੀਰ ਖੁੱਲ੍ਹਾ ਅਸਮਾਨ ਮੰਗਦਾ ਹੈਗਾ ਹੈ, ਨਾਰਥ ਈਸਟ ਖੁੱਲ੍ਹਾ ਅਸਮਾਨ ਮੰਗਦਾ ਹੈਗਾ। ਜਿਹੜਾ ਹਿੰਦੂਤਵ ਏਜੰਡਾ ਹੈ, ਜਿਹੜਾ ਸੈਂਟਰਲ ਇੰਡੀਆ ਹੈਗਾ, ਜਿਹਨੂੰ ਹਿੰਦੂ ਭਾਰਤ ਕਹਿੰਦੇ ਹੈਗੇ ਆ, ਉਹ ਬਾਕੀ ਰਾਜਾਂ ਨੂੰ ਈਨ ਬਣਾ ਕੇ ਇੱਥੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈਗਾ, ਜਿਹਨੂੰ ਪੰਜਾਬ ਹਰ ਤਰੀਕੇ ਨਾਲ ਜਿਹਦਾ ਵਿਰੋਧ ਕਰਦਾ ਹੈਗਾ। ਔਰ ਮੰਗ ਕਰਦਾ ਹੈਗਾ ਕਿ ਸਾਨੂੰ ਸਾਰੀਆਂ ਕੌਮਾਂ ਨੂੰ, ਸਾਰੇ ਧਰਮਾਂ ਨੂੰ, ਸਾਰੀਆਂ ਮਤਲਬ ਜੋ ਵਿਲੱਖਣਤਾਵਾਂ ਹੈਗੀਆਂ, ਉਹਨਾਂ ਨੂੰ ਬਰਾਬਰ ਦਾ ਜਿਹੜਾ ਖੇਡ ਦਾ ਮੈਦਾਨ ਹੈਗਾ, ਬਰਾਬਰ ਦਾ ਲੈਵਲ ਪਲੇਇੰਗ ਫੀਲਡ ਉਹ ਦਿੱਤਾ ਜਾਵੇ। ਔਰ ਇੱਕ ਧਰਮ ਦਾ ਜਿਹੜਾ ਗਲਵਾ ਹੈਗਾ ਹੈ, ਇੱਕ ਧਰਮ ਦੀ ਸਰਦਾਰੀ ਹੈਗੀ ਹੈ, ਸਾਨੂੰ ਕਿਤੇ ਹੀ ਮਨਜ਼ੂਰ ਨਹੀਂ। ਹਰ ਇੱਕ ਦੀ ਸਰਦਾਰੀ ਹੋਊਗੀ, ਹਰ ਇੱਕ ਭਾਸ਼ਾ ਦੀ ਸਰਦਾਰੀ ਹੋਊਗੀ, ਆਪਣੇ ਖਿੱਤੇ ਹਰ ਇੱਕ ਨੂੰ ਆਪਣੇ ਨਿਰਣੇ ਕਰਨ ਦਾ ਹੱਕ ਹੋਊਗਾ ਹੈਗਾ। ਜਿਹੜਾ ਇੱਕ ਛਤਰੀ ਥੱਲੇ ਜੋ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਵੀ ਤੇ ਬਾਕੀ ਰਾਜਾਂ ਨੂੰ ਵੀ, ਇਹ ਸੰਘੀ ਭਾਵਨਾ, ਜਿਹੜੀ ਸੰਘੀ ਭਾਵਨਾ ਹੈਗੀ ਹੈ, ਜਿਸ ਸਿਰ ਤੇ ਇਹਨੂੰ ਕਿਹਾ ਗਿਆ ਇੰਡੀਆ ਇਜ਼ ਅ ਯੂਨੀਅਨ ਸਟੇਟਸ, ਇਹ ਰਾਜਾਂ ਦਾ ਸੰਘ ਹੈਗਾ। ਉਹ ਸੰਘ ਦੀ ਜੋ ਭਾਵਨਾ ਨੂੰ ਮਾਰ ਕੇ ਇੱਕ ਯੂਨਿਟਰੀ ਇੰਡੀਆ, ਇਕਾਤਮਕ ਭਾਰਤ ਜੋ ਬਣਾਉਣ ਦੀ ਕੋਸ਼ਿਸ਼ਾਂ ਭਾਜਪਾ ਨੇ ਪਹਿਲੇ 5 ਸਾਲਾਂ 'ਚ, ਔਰ ਜਦ ਦੁਬਾਰਾ ਆਈ ਹੈ ਉਸ ਤੋਂ ਬੜੀ ਤੇਜ਼ੀ ਨਾਲ ਸ਼ੁਰੂ ਕੀਤੀਆਂ ਹੈਗੀਆਂ। ਜਿਹੜਾ ਕਿਸਾਨੀ ਦਾ ਹਮਲਾ ਹੈਗਾ, ਇਹ ਵੀ ਉਹਦਾ ਇੱਕ ਹਿੱਸਾ ਹੈਗਾ, ਤਾਂ ਕਿ ਪੰਜਾਬ ਦੀ ਆਤਮਾ ਕਿਸਾਨੀ ਨੂੰ, ਜਿਸ ਤਰ੍ਹਾਂ ਪਹਿਲਾਂ ਸਾਡੇ ਧਾਰਮਿਕ ਸਥਾਨਾਂ ਤੱਕ ਜੋ ਇਹਨਾਂ ਨੇ ਕੀਤਾ ਹੈਗਾ, ਜਾਂ ਪੰਜਾਬ 'ਚ ਖਾੜਕੂਵਾਦ ਦਾ ਜੋ ਆਗਮਨ ਹੋਇਆ ਜਾਂ ਆਇਆ ਹੈਗਾ, ਉਹ ਵੀ ਕੇਂਦਰ ਦੀ ਕਿਰਪਾ ਨਾਲ ਆਇਆ ਹੈਗਾ। ਕੇਂਦਰ ਦੀ ਪੈਦਾਵਾਰ ਹੈ। ਪੰਜਾਬੀ ਦਾ ਆਪਸ ਲੜੇ ਨਹੀਂ ਕਦੀ ਹਿੰਦੂ ਸਿੱਖ। ਜੇ ਕੋਈ ਬੰਦੇ ਕੋਈ ਮਿਸਗਾਈਡਡ ਬੰਦੇ ਜਾਂ ਕੋਈ ਗਲਤ ਬੰਦੇ ਇੱਥੇ ਬੱਸਾਂ 'ਚ ਕੱਢ ਕੇ ਮਾਰ ਗਏ ਹੈਗੇ, ਜਿਹੜੇ ਕਿ ਮਾੜੀ ਗੱਲ ਹੈ, ਜਿਹਦੀ ਇਨਕੁਆਇਰੀ ਹੋਣੀ ਚਾਹੀਦੀ ਹੈਗੀ ਹੈ, ਤਾਂ ਇਹ ਨਹੀਂ ਕਿ ਪੰਜਾਬੀ ਲੜ ਪਏ ਜਾਂ ਪੰਜਾਬ 'ਚ ਕੋਈ ਲੋਕ ਫਿਰ ਕਹਿ ਆਪਸੀ ਕੋਈ ਮਤਭੇਦ ਹੈਗਾ, ਜਾਂ ਉਹਨਾਂ 'ਚ ਦੰਗੇ ਹੋਏ ਨੇ। ਅੱਜ ਤੱਕ ਨਹੀਂ ਪੰਜਾਬ 'ਚ ਦੰਗੇ ਹੋਏ। ਸੋ ਜੋ ਖਾੜਕੂਵਾਦ ਵੀ ਲੈ ਕੇ ਆਂਦਾ, ਖਾੜਕੂਵਾਦ ਦੇ ਵੇਲੇ ਜੋ ਹਿੰਦੂ ਮਰੇ ਨੇ, ਵਿੱਚ ਹਜ਼ਾਰਾਂ ਦੀ ਗਿਣਤੀ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਦਰਬਾਰ ਸਾਹਿਬ ਢਾਇਆ ਗਿਆ ਹੈਗਾ, ਅਕਾਲ ਤਖਤ ਢਾਇਆ ਗਿਆ ਹੈਗਾ, ਦਿੱਲੀ ਦੰਗੇ ਹੋਏ ਨੇ। ਬੜੀ ਲੰਬੀ ਦਾਸਤਾਨ ਹੈਗੀ। ਜਦੋਂ ਇਹਦੇ ਬਾਰੇ ਤਾਂ ਸਾਰੇ ਜਾਣਦੇ ਨੇ, ਪਰ ਇਹ ਦੱਸੋ ਕਿ ਅੱਜ ਦੇ ਸੰਦਰਭ ਵਿੱਚ ਜਦੋਂ ਕਿਸਾਨ ਸੰਘਰਸ਼ ਪੂਰੀ ਤਰ੍ਹਾਂ ਸਿਖਰਾਂ ਤੇ ਪਹੁੰਚਿਆ ਹੋਇਆ, ਕੇਂਦਰ ਵੀ ਪੰਜਾਬ ਨਾਲ ਪੂਰਾ ਮੱਥਾ ਲਾਈ ਬੈਠਾ, ਪੰਜਾਬ ਕੇਂਦਰ ਨਾਲ ਮੱਥਾ ਲਾਈ ਬੈਠਿਆ, ਬਰਾਬਰ ਦੀ ਜਿਹੜੀ ਟੱਕਰ ਲੱਗੀ ਹੋਈ ਹੈ, ਜਿਵੇਂ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਇਹ ਸਭ ਦੇ ਵਿਚਾਲੇ ਖੁਦ ਮੁਖਤਿਆਰੀ ਦਾ ਰਾਹ ਕਿੱਧਰ ਨੂੰ ਜਾਈਏ ਕਿ ਖੁਦ ਮੁਖਤਿਆਰੀ ਪੰਜਾਬ ਦੀ ਮਿਲ ਜੇ? ਕਿਉਂਕਿ ਸਿਆਸੀ ਲੀਡਰਾਂ ਤੋਂ ਲੋਕਾਂ ਨੂੰ ਬਹੁਤੀ ਆਸ ਨਹੀਂ, ਹੁਣ ਉਹ ਕਹਿੰਦੇ ਜੋ ਕੁਝ ਕੀਤਾ ਇਹਨਾਂ ਨੇ ਆਪਣੇ ਘਰ ਭਰਨ ਲਈ ਕੀਤਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੈਗਾ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈਗੀ ਹੈ, ਇਹ ਖੁਦ ਮੁਖਤਿਆਰੀ ਦਾ ਏਜੰਡਾ ਇਹਨੂੰ ਸਿਰੇ ਨਹੀਂ ਲਾ ਸਕਦੀ। ਜਿਹੜੇ ਪੁਰਾਣੀ ਸਦੀ ਦਾ ਖੇਤਰੀਵਾਦ ਸੀਗਾ, ਜਿਹਦੇ 'ਚ ਕਿਤੇ ਬਾਦਲ, ਕਿਤੇ ਚੌਟਾਲਾ, ਕਿਤੇ ਲਾਲੂ, ਕਿਤੇ ਮੁਲਾਇਮ, ਕਿਤੇ ਜੈਲਲਤਾ ਪੈਦਾ ਹੋਏ ਨੇ, ਉਹ ਖੇਤਰੀਵਾਦ ਸੈਂਟਰ ਨੇ 30-35 ਸਾਲਾਂ 'ਚ ਉਹ ਕਾਪਟ ਵੀ ਕਰ ਲਿਆ ਤੇ ਕਰਪਟ ਵੀ ਕਰ ਦਿੱਤਾ। ਉਹ ਆਤਮਸਾਤ ਵੀ ਕਰ ਲਿਆ ਤੇ ਭ੍ਰਿਸ਼ਟ ਵੀ ਕਰ ਦਿੱਤਾ। ਬਾਦਲ ਉਸ ਰਸਤੇ ਗਿਆ, ਅਕਾਲੀ ਦਲ ਉਸ ਰਸਤੇ ਗਿਆ, ਚੌਟਾਲੇ ਉਸ ਰਸਤੇ ਗਏ, ਮੁਲਾਇਮ ਉਸ ਰਸਤੇ ਗਿਆ, ਲਾਲੂ ਉਸ ਰਸਤੇ ਗਿਆ। ਜਦ ਸਾਰੇ ਤੁਸੀਂ ਜੇ ਸਾਰੇ ਖੇਤਰੀਵਾਦ ਦਾ ਫਿਨੋਮਨਾ ਦੇਖੋਗੇ, ਜੋ ਵਰਤਾਰਾ ਦੇਖੋਗੇ ਪਿਛਲੀ ਸਦੀ ਦਾ, 19ਵੀਂ ਸਦੀ ਦਾ, ਤਾਂ ਉਹ ਸਾਰਾ ਉਹ ਗਰਕ ਚੁੱਕਿਆ ਹੈਗਾ। ਇਹਨਾਂ ਕੋਲੋਂ ਪੰਜਾਬ ਦੇ ਭਲੇ, ਰਾਜਾਂ ਦੇ ਆਪਣੇ ਰਾਜ ਦੇ ਭਲੇ ਦੀ ਹੁਣ ਕੋਈ ਆਸ ਨਹੀਂ ਹੈਗੀ ਹੈ। ਇਹ ਸਿਆਸੀ ਤੌਰ 'ਤੇ ਕੇਂਦਰੀਵਾਦੀ ਪਾਰਟੀਆਂ ਦੇ ਹੱਥਗੋਲੇ ਬਣ ਚੁੱਕੇ ਹੈ।
ਹੱਥ ਚੁੱਕ ਕੇ ਬਣ ਚੁੱਕੇ ਹੈ ਔਰ ਆਰਥਿਕ ਤੌਰ ਤੇ ਕਾਰਪੋਰੇਟ ਸੈਕਟਰ ਦਾ ਹਿੱਸਾ ਬਣ ਚੁੱਕੇ ਹੈ। ਅੱਜ ਅਕਾਲੀ ਦਲ ਦੇ ਵੱਡੇ ਲੀਡਰ ਔਰ ਕਾਰਪੋਰੇਟ ਹਿੱਸਾ ਨੇ, ਪੰਜਾਬ ਦੇ ਕਿਸਾਨੀ ਦਾ ਹਿੱਸਾ ਨਹੀਂ ਹੈਗੇ। ਅੱਜ ਕਿਸਾਨ ਹਿਤੈਸ਼ੀ ਨਹੀਂ ਹੈਗੇ ਹੈ। ਇਵੇਂ ਚਟਾਲਾ ਜਿਹਨੇ ਇਵੇਂ ਹੀ ਮਤਲਬ ਮੁਲਾਇਮ ਹੋਣੀ ਹੈਗੀ ਹੈ। ਸੋ ਅੱਜ ਨਵ ਖੇਤਰੀਵਾਦ ਦੀ ਲੋੜ ਹੈ, ਨਵਾਂ ਖੇਤਰੀਵਾਦ ਦੀ ਲੋੜ ਹੈ, ਜਿਹੜਾ ਕਿ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਨੂੰ, ਸੰਵੇਦਨਾਵਾਂ ਨੂੰ ਸਮਝਦਾ ਹੋਵੇ ਤੇ ਉਹਨਾਂ ਦੇ ਅਨੁਸਾਰ ਹੀ ਇੱਕ ਨਵਾਂ ਪੰਜਾਬ ਬਣਾਉਣ ਦੇ ਵਾਸਤੇ ਉਤਸੁਕ ਹੋਵੇ, ਉਹਦੇ ਵਾਸਤੇ ਏਜੰਡਾ ਹੋਵੇ ਜਿਹਦੇ ਦਲਿਤਾਂ ਵਾਸਤੇ ਤੇ ਔਰਤਾਂ ਵਾਸਤੇ ਉਹਨਾਂ ਦੇ ਸਾਰੇ ਜੋ ਮਸਾਇਲ ਹੈਗੇ ਆ ਉਹਨੂੰ ਹੱਲ ਕਰਦਾ ਹੋਵੇ, ਪੰਜਾਬ ਦੇ ਨੌਜਵਾਨਾਂ ਦੀਆਂ, ਕਿਸਾਨਾਂ ਦੀਆਂ ਜੋ ਕਾਂਕਸ਼ਾਵਾਂ ਹੈਗੀਆਂ 21ਵੀਂ ਸਦੀ ਦੀਆਂ ਉਹ ਪੂਰੀਆਂ ਕਰਦਾ ਹੋਵੇ, ਪੰਜਾਬ ਜਮਹੂਰੀਅਤ ਦਾ ਹਾਮੀ ਹੋਵੇ ਔਰ ਸੈਂਟਰ ਸਟੇਟ ਰਿਲੇਸ਼ਨ ਨੂੰ ਸੰਬੰਧ ਨੇ ਉਹਨਾਂ ਨੂੰ ਮੁੜ ਕੇ ਲਿਖਣ ਦੀ ਮੰਗ ਕਰਦਾ ਹੋਵੇ। ਕੱਲਾ ਨਹੀਂ ਕਰ ਸਕਦਾ, ਮੈਂ ਤੁਹਾਨੂੰ ਸਹਿਮਤ ਹੈਗਾ। ਬਾਕੀ ਰਾਜਾਂ ਦੇ ਲਾਈਕ ਮਾਈਂਡਡ, ਜਿਵੇਂ ਅੱਜ ਸਾਡੀ ਜਿਹੜੀ ਕਨਵੈਨਸ਼ਨ ਸੀ ਉਹ 'ਚ ਕੌਣ ਆਏ ਸੀਗੇ, ਉਹਦੇ 'ਚ ਆਪਣਾ ਤਾਮਿਲਨਾਡੂ ਤੋਂ ਆਏ ਸੀ ਨੁਮਾਇੰਦੇ, ਉਹ 'ਚ ਬੰਗਾਲ ਤੋਂ ਆਏ ਸੀਗੇ, ਮਹਾਰਾਸ਼ਟਰ ਤੋਂ ਆਏ ਸੀਗੇ, ਪੰਜਾਬ ਤੋਂ ਸੀਗੇ ਤੇ ਸਾਨੂੰ ਕਾਮਯਾਬੀ ਦੀ ਚਿੱਠੀਆਂ ਮਿਲੀਆਂ ਸੀ ਕਸ਼ਮੀਰ ਤੇ ਕਰਨਾਟਕਾ ਤੋਂ। ਸੋ ਸਾਰੇ ਰਾਜਾਂ ਜਿਹੜੇ ਲਾਈਕ ਮਾਈਂਡਡ ਬੰਦੇ ਆ ਜਾਂ ਪਾਰਟੀਆਂ ਹੈਗੀਆਂ ਜਿਹੜੀ ਰਾਜਾਂ ਦੀ ਖੁਦਮੁਖਤਿਆਰੀ ਦੀ ਗੱਲ ਕਰਦੀਆਂ ਹੈਗੀਆਂ। ਅਸੀਂ ਇਹ ਨਹੀਂ ਕਹਿੰਦੇ ਇੰਡੀਆ ਤੋਂ ਵੱਖਰੇ ਹੋਣਾ, ਭਾਰਤੀ ਸੰਘ ਅੰਦਰ ਰਾਜਾਂ ਨੂੰ ਉਹਦੇ ਪੂਰੇ ਅਧਿਕਾਰ, ਉਹਨਾਂ ਨੂੰ ਆਪਣੇ ਰਾਜ ਆਪਣੀ ਮਰਜ਼ੀ ਨਾਲ ਚਲਾਉਣ ਦੀ ਇਜਾਜ਼ਤ, ਨਾ ਕਿ ਸੈਂਟਰ ਮੁਤਾਬਕ ਚਲਾਏ, ਕਿਉਂਕਿ ਹਰ ਰਾਜ ਦੀ ਆਪਣੀ ਵਿਲੱਖਣਤਾ ਹੈ। ਪੰਜਾਬ ਦੀ ਖੇਤੀਬਾੜੀ ਹੋਰ ਹੈ, ਬਿਹਾਰ ਦੀ ਖੇਤੀਬਾੜੀ ਹੋਰ ਹੈ, ਸਾਡੀ ਭਾਸ਼ਾ ਹੋਰ ਹੈ, ਉਹਨਾਂ ਦੀ ਹੋਰ ਹੈ, ਸਾਡਾ ਕਲਚਰ ਹੋਰ ਹੈ, ਉਹਨਾਂ ਦਾ ਹੋਰ ਹੈ। ਸਾਡਾ ਕਲਚਰ, ਸਾਡੀ ਭਾਸ਼ਾ, ਸਾਡੇ ਪੈਦਾਵਾਰ, ਸਾਡੀ ਉਹ ਸਭ ਕਾਹੀ ਦੇ ਸਾਡੀ ਜਿਹੜੇ ਸਾਡੇ ਹੱਕ ਹੈਗੇ ਆ ਉਹ ਸਾਨੂੰ ਸੁਰੱਖਿਅਤ ਹੋਣੇ ਚਾਹੀਦੇ ਹੈਗੇ ਆ ਔਰ ਕੇਂਦਰ ਦਾ ਗਲਵਾ ਹੈਗਾ ਹੈ ਉਹ ਖਤਮ ਹੋਣਾ ਚਾਹੀਦਾ ਹੈਗਾ, ਤਾਂ ਰਾਜ ਪ੍ਰਫੁੱਲਤ ਹੋਣਗੇ, ਤਾਂ ਰਾਜ ਅੱਗੇ ਤੁਰਨਗੇ। ਤੇ ਪੰਜਾਬ ਨੂੰ, ਕਿਉਂਕਿ ਪੰਜਾਬ ਲੈਂਡ ਲੌਕਡ ਸਟੇਟ ਹੈਗੀ ਹੈ, ਸਾਨੂੰ ਕੋਈ ਬੰਦਰਗਾਹ ਨਹੀਂ ਲੱਗਦੀ ਹੈਗੀ ਹੈ, ਪੰਜਾਬ ਨੂੰ ਪਾਕਿਸਤਾਨ ਨਾਲ ਵਪਾਰ ਕਰਨ ਦਾ ਹੱਕ ਹੋਣਾ ਚਾਹੀਦਾ, ਬਾਹਰਲੇ ਮੁਲਕਾਂ 'ਚ ਹੈਗਾ ਹੈ। ਬਿਲਕੁਲ, ਇਹਦੇ ਬਾਰੇ ਕਾਫੀ ਚਰਚਾ ਹੋ ਚੁੱਕੀ। ਡਾਕਟਰ ਸਾਹਿਬ ਇੱਕ ਇਹ ਦੱਸੋ ਕਿ ਹੁਣ ਜਿਹੜੀ ਚਰਚਾ ਹੈ ਉਹ ਕੈਪਟਨ ਸਾਹਿਬ ਦੇ ਉੱਤੇ ਵੀ ਆ ਕੇ ਰੁਕ ਜਾਂਦੀ ਹੈ। ਵਿਰੋਧੀ ਇਹ ਗੱਲ ਕਹਿੰਦੇ ਨੇ ਕਿ ਕੈਪਟਨ ਸਾਹਿਬ ਜਾ ਕੇ ਮਰਨ ਵਰਤੇ ਬੈਠ ਜਾਣ ਉੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਦੇ ਬਾਹਰ ਜਾਂ ਦਿੱਲੀ ਜਾ ਕੇ ਮਰਨ ਵਰਤੇ ਬੈਠ ਜਾਣ, ਤਾਂ ਹੀ ਕਿਸਾਨੀ ਮਸਲਿਆਂ ਦਾ ਹੱਲ ਹੋ ਸਕਦਾ। ਤੁਹਾਡੇ ਵੱਲੋਂ ਤੁਸੀਂ ਕੀ ਸੋਚਦੇ ਹੋ ਕਿ ਇਹ ਹੱਲ ਹੈ, ਮਰਨ ਵਰਤੇ ਬੈਠਣ ਦੇ ਨਾਲ ਕੋਈ ਹੱਲ ਨਿਕਲ ਸਕਦਾ? ਨਹੀਂ, ਕੋਈ ਸਹੀ ਡੈਮੋਕ੍ਰੈਟਿਕ ਤੇ ਫੈਡਰਲ ਸਟੈਂਡ ਲੈ ਲੈਣ, ਇੰਨਾ ਹੀ ਬਹੁਤ ਹੈਗਾ। ਉਹ ਕਿੱਦਾਂ ਹੋਏਗਾ? ਉਹ ਜਿਹੜਾ ਜੋ ਕੁਝ ਕੀਤਾ ਪੰਜਾਬ ਵਿਧਾਨ ਸਭਾ ਨੇ, ਸੈਂਟਰ ਦੇ ਬਿੱਲਾਂ ਨੂੰ ਰੱਦ ਕੀਤਾ ਹੈਗਾ, ਪਹਿਲਾਂ ਤਾਂ ਮੈਂ ਉਹਦਾ ਸਵਾਗਤ ਕਰਦਾ। ਚਾਹੇ ਮੇਰੇ ਕਾਂਗਰਸ ਨਾਲ ਬਹੁਤ ਗੰਭੀਰ ਮਤਭੇਦ ਹੈਗੇ ਹੈ, ਮੈਂ ਸਾਰੀਆਂ ਪਾਰਟੀਆਂ ਨੂੰ ਵਧਾਈ ਦਿੱਤੀ ਸੀ ਉਸ ਦਿਨ ਤੁਹਾਡੇ ਚੈਨਲ 'ਤੇ ਹੀ ਕਿ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ। ਜਿਹੜਾ ਆਪਣਾ ਪੰਜਾਬ ਦੀ ਜੋ ਸਵੈਮਾਨ ਸੀਗਾ, ਜੋ ਪੰਜਾਬ ਦੇ ਮਸਾਇਲ ਸੀਗੇ, ਉਹਨਾਂ 'ਤੇ ਆਪਣੀ ਇੱਕ ਬੁਲੰਦ ਆਵਾਜ਼ ਹੋ ਗਏ। ਜੋ ਕੇਂਦਰ ਦੇ ਧਾਕੜ ਕਾਨੂੰਨ ਹੈਗੇ, ਕਿਸਾਨ ਵਿਰੋਧੀ ਕਾਨੂੰਨ ਹੈ ਔਰ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਹੱਥਾਂ ਦੇ ਹਵਾਲੇ ਕਰਨ ਦਾ ਇੱਕ ਕੋਝਾ ਯਤਨ ਹੈਗਾ ਹੈ ਅੰਬਾਨੀਆਂ ਡਾਨੀਆਂ ਦੇ, ਉਹਨੂੰ ਜਿਹੜਾ ਚੈਲੰਜ ਕੀਤਾ ਹੈਗਾ, ਆਪਣੇ ਆਪ 'ਚ ਮੈਂ ਸਮਝਦਾ ਉਹ ਇੱਕ ਪੋਜ਼ਿਟਿਵ ਚੀਜ਼ ਹੈਗੀ ਹੈ। ਪਰ ਉਹਦੇ ਉੱਤੇ ਤਾਂ ਕੋਈ ਅਮਲ ਹੋਇਆ ਨਹੀਂ ਨਾ। ਹੁਣ ਅੱਗੇ ਦੀ ਗੱਲ ਰਣਨੀਤੀ ਕੀ ਹੈ ਕਿ ਕੀ ਹੋ ਸਕਦਾ? ਕੁਝ ਗੱਲਾਂ ਹੁੰਦੀਆਂ ਕਿ ਉਹਨਾਂ ਦੇ ਨਾ ਦੂਰ ਰਸ ਨਤੀਜੇ ਹੁੰਦੇ ਆ। ਉਹਨੇ ਹਿੰਦੁਸਤਾਨ ਜੋ ਇੱਕ ਵਾਈਜ਼ ਭੇਜੀਆਂ, ਜੋ ਸੁਨੇਹਾ ਭੇਜਿਆ ਹੈਗਾ ਕਿ ਰਾਜ ਖੜ੍ਹਦੇ ਪਏ ਆਪਣੇ ਹੱਕਾਂ ਵਾਸਤੇ, ਉਹਨੇ ਹਿੰਦੁਸਤਾਨ ਦੀ ਸਿਆਸਤ 'ਤੇ ਅਸਰ ਪਾਉਣਾ। ਉਹਨੇ ਜਿਹੜੀ ਕੇਂਦਰੀਵਾਦੀ ਗਲ ਘੁੱਟਣ ਵਾਲੀ ਸਿਆਸਤ ਹੈ ਭਾਜਪਾ ਦੀ, ਉਹ ਅਟੈਕ ਹੁੰਦਾ ਹੈਗਾ, ਉਹਨੂੰ ਸ਼ਿਕਸਤ ਮਿਲਦੀ ਹੈਗੀ ਹੈ। ਚਾਹੇ ਉਹ ਕਿੰਨੀ ਵੀ ਜਿਹੜਾ ਕੈਪਟਨ ਸਾਹਿਬ ਦਾ ਅੱਗੇ ਜਾ ਕੇ ਕਿੱਥੇ ਖੜ੍ਹਦੇ ਨੇ, ਕਿੰਨਾ ਕੁ ਉਹਨਾਂ ਨੂੰ ਸੈਂਟਰ ਨਾਲ ਉਹ ਐਡਜਸਟ ਕਰ ਜਾਂਦੇ ਨੇ ਜਾਂ ਨਹੀਂ, ਜਾਂ ਪੰਜਾਬ ਦੇ ਜੋ ਕਿਸਾਨੀ ਦੇ ਮੁੱਦੇ ਹੈਗੇ ਉਹਨਾਂ ਦੇ ਕਿੰਨੇ ਕੁ ਕਰ ਸਕਦੇ ਨੇ, ਉਹ ਦੋਮ ਦਰਜੇ ਦੀ ਗੱਲ ਹੈਗੀ। ਮੁੱਖ ਇਹ ਹੈ ਕਿ ਜੋ ਪੰਜਾਬ ਵਿਧਾਨ ਸਭਾ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈਗੀ ਹੈ, ਆਪਣੀ ਨੇਚਾ ਜ਼ਾਹਰ ਕੀਤੀ ਹੈ ਕਿ ਸੈਂਟਰ ਦਾ ਕਾਨੂੰਨ ਗਲਤ ਹੈਗਾ ਔਰ ਰਾਜਾਂ ਦੇ ਆਪਣੇ ਕਾਨੂੰਨ ਬਣਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਹੈਗੀ ਹੈ ਔਰ ਆਪਣੇ ਕਾਨੂੰਨ ਬਣਾਏ ਹੈਗੇ ਆ, ਉਹ ਫੈਡਰਲ ਭਾਵਨਾ ਦੇ ਅਨੁਸਾਰ ਹੈਗੇ ਆ ਔਰ ਹਰ ਇੱਕ ਨੂੰ ਇਸ ਗੱਲ ਦੀ ਪੰਜਾਬ ਸਰਕਾਰ ਦੇ ਨਾਲ ਖੜਨਾ ਚਾਹੀਦਾ ਔਰ ਮੈਂ ਖੜਾ ਹੈਗਾ ਜੀ। ਹੁਣ ਕੀ ਮੰਨਦੇ ਹੋ ਕਿ ਕਿਸਾਨ ਅਗਲੇ ਸਮੇਂ ਵਿੱਚ ਦਿੱਲੀ ਵੀ ਚੱਲੇ ਨੇ, ਦਿੱਲੀ ਜਾ ਕੇ ਉਹਨਾਂ ਨੇ ਅੰਦੋਲਨ ਕਰਨਾ ਹੈ? ਤੁਹਾਡੇ ਵੱਲੋਂ ਕੋਈ ਸਪੋਰਟ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ, ਕਿ ਤੁਸੀਂ ਵੀ ਦਿੱਲੀ ਜਾਓਗੇ ਜਾਂ ਤੁਸੀਂ ਆਪਣੇ ਤੌਰ ਤੇ ਦਿੱਲੀ ਜਾਓਗੇ? ਮੈਂ ਦਿੱਲੀ ਜਾਊਂਗਾ ਜੀ, ਮੈਂ ਹਮੇਸ਼ਾ ਦਿੱਲੀ ਜਾਣ ਨੂੰ ਤਿਆਰ ਹੈਗਾ ਤੇ ਮਤਲਬ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਲੰਮੇ ਦਾਅ ਤੋਂ ਜਿਹੜੇ ਹੈ ਨਾ, ਉਹ ਜਿਹੜੀ ਇਕੱਲੀ ਆਰਥਿਕ ਜਾਂ ਜਿਹੜੀ ਆ ਲੜਾਈ ਹੈ, ਇਹਦਾ ਜਿਹੜਾ ਮਤਲਬ ਹੈਗਾ ਕਿ ਇਹਨੂੰ ਸਿਆਸੀ ਲੜਾਈ ਦੇ ਤੌਰ 'ਤੇ ਵੀ ਦੇਖਣਾ ਚਾਹੀਦਾ ਹੈਗਾ ਔਰ ਪੰਜਾਬ ਦੇ ਬਾਕੀ ਜੋ ਪਾਣੀਆਂ ਦਾ ਮਾਮਲਾ ਹੈਗਾ, ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਦਾ ਮਾਮਲਾ ਹੈਗਾ, ਪੰਜਾਬ ਦੀ ਜਿਹੜੀ GST ਦਾ ਮਾਮਲਾ ਹੈਗਾ, ਜੋ ਰਾਜਾਂ ਦੇ ਟੈਕਸੇ ਸਾਰੇ ਖੋਲੇ ਸਾਡੇ ਕੋਲ ਹੈ ਹੀ ਨਹੀਂ, ਸਾਡਾ ਰੂਰਲ ਡਿਵੈਲਪਮੈਂਟ ਫੰਡ, ਉਹ ਮੁੱਦੇ ਕਿਸਾਨੀ ਕਿਉਂ ਨਹੀਂ ਚੱਕ ਰਹੀ? ਕਿ ਉਹਦਾ ਪੰਜਾਬ ਦੇ ਕਿਸਾਨਾਂ ਨਾਲ ਪਿੰਡਾਂ ਨੂੰ ਕੋਈ ਲਾਗਤ ਦੇਗਾ ਨਹੀਂ ਹੈਗਾ? ਕਿ ਪੰਜਾਬ ਦੇ ਪਾਣੀ ਕਿਸਾਨਾਂ ਨੂੰ ਨਹੀਂ ਚਾਹੀਦੇ ਹੈਗੇ? ਕਿ ਪੰਜਾਬ ਦੇ ਪਣ ਬਿਜਲੀ ਪ੍ਰੋਜੈਕਟਾਂ ਤੋਂ ਬਿਜਲੀ ਨਹੀਂ ਚਾਹੀਦੀ ਹੈਗੀ ਹੈ? ਉਹ ਮੁੱਦੇ ਕਿਉਂ ਨਹੀਂ ਉਠਾਉਂਦੇ ਹੈਗੇ? ਮੈਂ ਕਹਿੰਦਾ ਕਿ ਜੇਕਰ ਸੈਂਟਰ ਨੇ ਗੱਡੀਆਂ ਬੰਦ ਕੀਤੀਆਂ ਹੈਗੀਆਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੀਦਾ ਕਿ ਅੱਜ ਤੁਹਾਡੀ ਬਿਜਲੀ ਬੰਦ, ਰਾਜਸਥਾਨ ਤੇ ਦਿੱਲੀ ਦੀ ਬਿਜਲੀ ਬੰਦ ਕਰ ਦੇ, ਅਸੀਂ ਬਿਜਲੀ, ਤੁਸੀਂ ਪੰਜਾਬ 'ਚ ਹਨੇਰਾ ਕਰਨ ਨੂੰ ਫਿਰਦੇ, ਅਸੀਂ ਦਿੱਲੀ ਹਨੇਰਾ ਕਰਾਂਗੇ। ਜਿਵੇਂ ਹੁਣ ਇਹ ਫੈਸਲਾ ਸਰਕਾਰ ਨੇ ਲੈਣਾ ਨਾ? ਨਹੀਂ, ਸਰਕਾਰ ਨੇ ਲੈਣਾ। ਜੇ ਕਿਸਾਨ ਜਥੇਬੰਦੀਆਂ ਚਾਹਣ ਤਾਂ ਪਾਵਰ ਹਾਊਸ ਤੋਂ ਬਾਹਰ ਜਾ ਕੇ ਬਹਿ ਜਾਣ, ਫਿਰ ਤਾਂ ਦੇਖੀ ਜਾਊਗੀ। ਪਾਵਰ ਹਾਊਸ ਧਰਨੇ ਚੁੱਕਣੇ ਹੈਗੇ, ਧਰਨੇ ਬਿਠਾਣੇ ਹੈਗੇ। ਜੇ ਹੁਣ ਜ਼ਿੰਦਗੀ ਮੌਤ ਦੀ ਲੜਾਈ ਹੈ ਤਾਂ
ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਜੰਗ ਤੇ ਪਿਆਰ ਵਿੱਚ ਸਭ ਕੁਝ ਜਾਇਜ਼ ਹੈਗਾ। ਜੇ ਸੈਂਟਰ ਨਜਾਇਜ਼ ਕਰਨ ਤੇ ਤੁਰਿਆ, ਸੈਂਟਰ ਪੰਜਾਬ ਨੂੰ ਦਵੈਲ ਬਣਾਉਣ ਤੇ ਤੁਰਿਆ, ਦੱਬਣ ਤੇ ਤੁਰਿਆ ਹੋਇਆ ਔਰ ਪੰਜਾਬ ਦੀ ਹੱਤਕ ਕਰਨ ਤੇ ਤੁਰਿਆ ਹੋਇਆ, ਤਾਂ ਸਾਨੂੰ ਕੋਈ ਸੈਂਟਰ ਨਾਲ ਲਿਹਾਜ਼ ਨਹੀਂ ਕਰਨਾ ਚਾਹੀਦਾ ਔਰ ਪੂਰੇ ਜ਼ੋਰ ਨਾਲ ਇਹਦੇ ਮੋੜਵਾਂ ਵਾਰ ਕਰਨਾ ਚਾਹੀਦਾ। ਕਿਸਾਨ ਤਾਂ ਬੈਠੇ ਨੇ ਪ੍ਰਾਈਵੇਟ ਥਰਮਲਾਂ ਦੇ ਬਾਹਰ, ਉਹਨਾਂ ਨੇ ਤਾਂ ਟਰੈਕ ਮੱਲੇ ਹੋਏ ਨੇ ਜਿਹੜੇ ਥਰਮਲਾਂ ਦੇ ਅੰਦਰ ਜਾਂਦੇ ਨੇ। ਦੇਖੋ ਉਹ ਇਹਨਾਂ ਦਾ ਕੰਮ ਹੈਗਾ ਕਿ ਵੀ ਜਿਹਦੀ ਮਤਲਬ ਉਹ ਟਰੈਕਾਂ ਤੇ ਜਿਹੜਾ ਬੈਠੇ ਨੇ, ਤੇ ਜੇ ਟਾਈਮ ਤੇ ਨੈਗੋਸ਼ੀਏਟ ਕਰਕੇ ਬਿਜਲੀ ਜੇ ਮਤਲਬ ਆਣੀ ਹੈਗੀ ਤਾਂ ਉਹਦੇ ਤੇ ਨੈਗੋਸ਼ੀਏਟ ਹੋ ਸਕਦਾ ਹੈਗਾ। ਪਰ ਜਿਹੜੇ ਦੂਜੇ ਫੈਸਲੇ ਕਿਸਾਨਾਂ ਦੇ ਹੈਗੇ ਕਿ ਅਸੀਂ ਰੇਲ ਗੱਡੀਆਂ ਨਹੀਂ ਚੱਲਣ ਦੇਣੀਆਂ, ਜਿਹੜੀ ਪੈਸੰਜਰ ਟ੍ਰੇਨ ਨਹੀਂ ਚੱਲਣ ਦੇਣੀਆਂ ਹੈਗੀਆਂ, ਉਹਨਾਂ ਨੂੰ ਪਹਿਰਾ ਦੇਣਾ ਚਾਹੀਦਾ ਹੈਗਾ। ਔਰ ਜਿਹੜੇ ਥਰਮਲਾਂ ਦੀ ਗੱਲ ਹੈਗੀ ਹੈ, ਉਹ ਜੇ ਸਮੁੱਚੇ ਪੰਜਾਬ ਦੇ ਜਿਹੜਾ ਸਨਅਤੀ ਸੰਕਟ ਹੈਗਾ, ਜੋ ਘਰੇਲੂ ਬਿਜਲੀ ਦਾ ਸੰਕਟ ਆਉਣ ਵਾਲਾ ਹੈਗਾ, ਜੋ ਹਸਪਤਾਲਾਂ ਦੇ ਕੱਲ੍ਹ ਨੂੰ ਸਾਰੀ ਮਸ਼ੀਨਾਂ ਬੰਦ ਹੋ ਜਾਣਗੀਆਂ, ਹਰ ਹਸਪਤਾਲ ਜਨਰੇਟਰ ਤਾਂ ਹੈ ਨਹੀਂ, ਮਰੀਜ਼ਾਂ 'ਤੇ ਵੀ ਅਸਰ ਪਊਗਾ ਹੈਗਾ। ਉਹਦੇ ਮੱਦੇ ਨਜ਼ਰ ਜਿਹੜਾ ਕੋਲੇ ਦੀਆਂ ਟ੍ਰੇਨਸ ਹੈਗੀਆਂ ਉਹ ਪਹਿਲਾਂ ਵੀ ਨਹੀਂ ਬੰਦ ਨਹੀਂ ਸੀ ਕਰਨੀਆਂ ਚਾਹੀਦੀਆਂ ਮੇਰੇ ਮੁਤਾਬਕ। ਪਰ ਜਿਹੜਾ ਬਾਕੀ ਦਾ ਸਾਰਾ ਜਿਹੜਾ ਰਵੱਈਆ ਹੈਗਾ, ਜਿਹੜਾ ਅਮਾਨੀ ਅਡਾਨੀ ਦੀ ਜਿਹੜਾ ਐਂਟਰੀ ਹੈਗੀ ਅਗਰੇਰੀਅਨ ਸੈਕਟਰ, ਖੇਤੀਬਾੜੀ ਸੈਕਟਰ, ਉਹਦੇ ਵਿਰੋਧ ਅਡਾਨੀ ਦੇ ਪੈਟਰੋਲ ਪੰਪ ਬੰਦ ਕਰਨੇ ਹੈਗੇ ਆ, ਉਹਨੇ ਸਿਮ ਕਾਰਡ ਕੱਢ ਕੇ ਬਾਹਰ ਸੁੱਟਣੇ ਹੈਗੇ ਆ, ਜਾਂ ਉਹਨਾਂ ਦੇ ਜੋ ਬਾਕੀ ਅਦਾਰੇ ਨੇ ਇੱਥੇ ਉਹਨਾਂ ਦਾ ਬਾਈਕਾਟ, ਉਹਨਾਂ ਦਾ ਘਿਰਾਓ ਕਰਨਾ ਔਰ ਭਾਜਪਾ ਦੇ ਲੀਡਰਾਂ ਦਾ ਘਿਰਾਓ ਕਰਨਾ, ਇਹ ਸਾਰੇ ਸਟੈਪ ਕਿਸਾਨੀ ਦੇ ਮਤਲਬ ਕਾਬਲੇ ਤਾਰੀਫ ਹੈਗੇ ਆ। ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਜਿਹੜੇ ਲਗਾਤਾਰ ਇਸ ਮੁੱਦੇ ਨੂੰ ਉਠਾਉਂਦੇ ਆਏ ਨੇ ਕਿ ਪੰਜਾਬ ਨੂੰ ਖੁਦਮੁਖਤਿਆਰੀ ਦੀ ਲੋੜ ਹੈ। ਜਦੋਂ ਤੱਕ ਪੰਜਾਬ ਖੁਦਮੁਖਤਿਆਰ ਨਹੀਂ ਹੋ ਜਾਂਦਾ, ਉਦੋਂ ਤੱਕ ਜਿਹੜਾ ਇਹ ਸੰਕਟ ਇਸੇ ਤਰ੍ਹਾਂ ਪੰਜਾਬ ਤੇ ਪੰਜਾਬੀਆਂ ਤੇ ਪੰਜਾਬੀਅਤ ਤੇ ਆਉਂਦੇ ਰਹਿਣਗੇ। ਤੁਹਾਡਾ ਇਸ ਬਾਰੇ ਕੀ ਕਹਿਣਾ? ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।